ਕਰੋਨਾ ਦੇ ਇਸ ਕਾਲੇ ਦੌਰ ਦੇ ਵਿੱਚ ਹਮੇਸ਼ਾ ਨਵਰੰਗ ਟੀਵੀ ਤੁਹਾਡੇ ਲਈ ਨਵੀਆਂ ਜਾਣਕਾਰੀਆਂ ਤੇ ਨਵੀਆਂ ਇਨਫੋਰਮੇਸ਼ਨ ਜਿਹੜੀਆਂ ਹੁੰਦੀਆਂ ਤੁਹਾਡੇ ਲਈ ਲੈ ਕੇ ਆਉਂਦਾ ਆ। ਤੇ ਇਸ ਵਕਤ ਸਾਡੇ ਲਈ ਜ਼ਰੂਰੀ ਸੀ ਕਿ ਕਿਸੇ ਸੀਨੀਅਰ ਡਾਕਟਰ ਸਾਹਿਬਾਨ ਦੇ ਨਾਲ ਗੱਲ ਕਰਕੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ, ਜੋ ਕਰੋਨਾ ਨੂੰ ਲੈ ਕੇ ਜੋ ਹਦਾਇਤਾਂ ਨੇ, ਜੋ ਆਪਾਂ ਨੂੰ ਆਪਣੇ ਲਈ ਚਾਹੀਦਾ ਆ, ਉਹ ਤੁਹਾਡੇ ਤੱਕ ਜਿਹੜੀਆਂ ਨੇ ਉਹ ਪਹੁੰਚਾਈਆਂ ਜਾਂਦੀਆਂ। ਸਾਡੇ ਨਾਲ ਨੇ ਇਸ ਵਕਤ ਡਾਕਟਰ SPS ਸੂਚ, ਜੋ ਕਿ ਡਾਕਟਰਸ ਐਂਡ ਨਰਸਿੰਗ ਕੌਂਸਲ ਪੰਜਾਬ ਦੇ ਪ੍ਰੈਜ਼ੀਡੈਂਟ ਨੇ, ਤੇ ਇਸ ਤੋਂ ਇਲਾਵਾ ਹੋਰ ਜਿੱਥੇ IMA ਦੇ ਨਾਲ ਤੋਂ ਬਹੁਤ ਸਾਰੇ ਅਹੁਦੇ ਨੇ। ਉਸ ਤੋਂ ਇਲਾਵਾ ਇਹ ਆਪਣੇ ਸੇਵਾਵਾਂ ਦੇ ਤੌਰ ਦੇ ਉੱਤੇ ਫਗਵਾੜਾ ਜਲੰਧਰ ਕੀ ਪੂਰੇ ਪੰਜਾਬ ਦੇ ਵਿੱਚ ਜਾਣੇ ਜਾਂਦੇ ਨੇ। ਤੇ ਇਹਨਾਂ ਦੀਆਂ ਕਈ ਬੰਦੇ ਜਿਹੜੇ ਇਹਨਾਂ ਤੋਂ ਮਿਲ ਕੇ ਇਹਨਾਂ ਦੀ ਨਾਲ ਗੱਲ ਕਰਕੇ ਹੀ ਠੀਕ ਹੋ ਜਾਂਦੇ ਨੇ। ਤੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਨਵਰੰਗ ਟੀਵੀ ਤੇ। ਥੈਂਕ ਯੂ ਜੀ, ਥੈਂਕ ਯੂ ਸਰ। ਇੱਕ ਗੱਲ ਕਿ ਇਸ ਜਿਹੜਾ ਇੱਕ ਕਾਲਾ ਦੌਰ ਹੀ ਕਹਾਂਗਾ, ਜਿਹੜਾ ਕਰੋਨਾ ਦੀ ਮਹਾਮਾਰੀ ਫੈਲੀ ਹੋਈ ਆ, ਇਹ ਕੀ ਚੀਜ਼ ਆ ਕਿ ਜਿਹੜਾ ਦੁਬਾਰਾ ਇਹ ਸੈਕੰਡ ਵੇਵ ਆਈ ਆ, ਇਹ ਕਿੰਨੀ ਕਿ ਜਿਹੜੀ ਪਹਿਲੀ ਵਾਰ ਕਰੋਨਾ ਆਇਆ ਸੀ ਉਸ ਤੋਂ ਬਾਅਦ ਕਾਫੀ ਕੁਝ ਨਾਰਮਲ ਹੋ ਗਿਆ, ਦੁਕਾਨਾਂ ਖੁੱਲ੍ਹਣ ਲੱਗ ਪਈਆਂ, ਵਿਆਹ ਸ਼ਾਦੀਆਂ ਹੋਣ ਲੱਗ ਪਈਆਂ। ਸੈਕੰਡ ਵੇਵ ਤੇ ਪਹਿਲੀ ਦੇ ਵਿੱਚ ਕਿੰਨਾ ਕੁ ਡਿਫਰੈਂਸ ਆ? ਕਰੋਨਾ ਦੀ ਜਿਹੜੀ ਨਾਮੁਰਾਦ ਬਿਮਾਰੀ ਆ, ਮਹਾਮਾਰੀ ਆ, ਜਿਹੜੀ ਸਾਰੀ ਦੁਨੀਆ ਨੂੰ ਅਸਰ ਕਰ ਰਹੀ ਹੈ, ਉਹਦੇ ਵਿੱਚ ਇਹ ਨੈਚੁਰਲ ਪ੍ਰੋਸੈਸ ਹੈਗਾ ਇਹ ਬਿਮਾਰੀ ਦਾ ਕਿ ਇੱਕ ਵਾਰੀ ਬਿਮਾਰੀ ਆਉਂਦੀ ਆ, ਉਹਨੂੰ ਅਸੀਂ ਕੰਟਰੋਲ ਕਰਨ ਵਾਸਤੇ ਲੋਕਡਾਊਨ ਲਾਇਆ। ਇੰਡੀਆ ਦੇ ਵਿੱਚ ਬੜਾ ਕਾਮਯਾਬ ਲੋਕਡਾਊਨ ਲੱਗਾ ਔਰ ਅਸੀਂ ਬੜੀ ਵਧੀਆ ਉਹਨੂੰ ਕੰਟਰੋਲ ਵੀ ਕਰ ਲਿਆ ਇੰਡੀਅਨ ਗਵਰਨਮੈਂਟ ਨੇ। ਪਰ ਅਨਫੋਰਚੂਨੇਟ ਇੱਥੇ ਤੱਕ ਹੋ ਗਿਆ ਵੀ ਅਸੀਂ ਕਲੇਮ ਕਰਨ ਲੱਗ ਪਏ ਅਸੀਂ ਬਿਮਾਰੀ ਨੂੰ ਫਤਿਹ ਕਰ ਲਿਆ। ਪਰ ਕੋਈ ਇਹ ਗੱਲ ਅਸੀਂ ਭੁੱਲ ਗਏ ਕਿ ਬਿਮਾਰੀ ਦਾ ਆਪਣਾ ਪ੍ਰੋਸੈਸ ਹੈ, ਇੱਕ ਡਿਜ਼ੀਜ਼ ਦਾ। ਫਸਟ ਟਾਈਮ ਆਉਂਦਾ ਅਸੀਂ ਅੰਦਰ ਬੰਦ ਹੋ ਗਏ ਜਾਂ ਸਰਕਾਰੀ ਹੁਕਮਾਂ ਨਾਲ ਬੰਦ ਕਰ ਦਿੱਤੇ ਗਏ, ਐਂਡ ਅਸੀਂ ਉਸ ਤੋਂ ਬਾਅਦ ਜਦ ਬਿਮਾਰੀ ਬਿਲਕੁਲ ਹੀ ਆਲਮੋਸਟ ਖਤਮ ਹੋ ਗਈ, ਅਸੀਂ ਭੁੱਲ ਗਏ ਵੀ ਬਿਮਾਰੀ ਗਈ। ਪਰ ਐਕਸਪਰਟਾਂ ਨੇ, ਸਾਰੇ ਵਰਲਡ ਦੇ ਸਾਇੰਟਿਸਟਾਂ ਨੇ ਇਹ ਓਪੀਨੀਅਨ ਦਿੱਤਾ ਸੀ, ਉਸ ਵੇਲੇ ਵਾਰਨਿੰਗ ਦਿੱਤੀ ਸੀ, ਇਹ ਮੁੜ ਕੇ ਫੇਰ ਸਟ੍ਰਾਈਕ ਕਰੇਗੀ। ਕਿਉਂਕਿ ਵਾਇਰਲ ਪ੍ਰੋਸੈਸ ਪੈਂਡੈਮਿਕ ਹੁੰਦਾ ਹੀ ਇੱਦਾਂ, ਇੱਕ ਵਾਰੀ ਆਉਂਦਾ ਥੱਲੇ ਜਾਂਦਾ, ਸੈਕਿੰਡ ਟਾਈਮ ਫੇਰ ਸਟ੍ਰਾਈਕ ਕਰਦਾ, ਤੀਜੀ ਵਾਰੀ ਫੇਰ ਸਟ੍ਰਾਈਕ ਕਰਦਾ। ਸੈਕਿੰਡ ਟਾਈਮ ਆਉਣ ਦਾ ਰੀਜ਼ਨ ਹੁੰਦਾ ਕਿ ਅਸੀਂ ਵਿਸਲੇ ਹੋ ਜਾਂਦੇ ਹਾਂ, ਕਿ ਜਿਹੜੇ ਸੋਸ਼ਲ ਡਿਸਟੈਂਸ ਰੱਖਣੇ ਸੀ, ਹੈਂਡ ਵਾਸ਼ ਕਰਨੇ ਸੀ, ਮਾਸਕ ਪਾਉਣੇ ਸੀ, ਕਿ ਗਵਰਨਮੈਂਟ ਨੇ ਸੈਲੀਬ੍ਰੇਟ ਕਰਤਾ, ਲੋਕ ਵੀ ਖੁਸ਼ ਹੋ ਗਏ। ਅਸੀਂ ਮੇਲੇ ਲਾਉਣੇ ਸ਼ੁਰੂ ਕਰ ਲਏ, ਅਸੀਂ ਇਲੈਕਸ਼ਨ ਕਰਨੇ ਸ਼ੁਰੂ ਕਰ ਲਏ। ਉਹਦੇ ਨਾਲ ਆਮ ਜਨਤਾ 'ਚ ਇਹ ਪ੍ਰੈਸ਼ਰ ਚੱਲ ਗਿਆ ਵੀ ਹੁਣ ਬਿਮਾਰੀ ਗਈ। ਜਦ ਲੀਡਰਸ਼ਿਪ ਦੇ ਦਿਮਾਗ ਨੇ ਤੋਂ ਡਰ ਲੱਥ ਗਿਆ, ਉਹਨਾਂ ਦੀ ਐਕਟੀਵਿਟੀ ਸੀ ਉਹਨੂੰ ਦੇਖ ਕੇ ਲੋਕਾਂ ਦੇ ਦਿਲਾਂ ਵਿੱਚ ਡਰ ਲੱਥ ਗਿਆ ਵੀ ਹੁਣ ਤਾਂ ਠੀਕ ਹੈ। ਉਹਦਾ ਨਤੀਜਾ ਅਸੀਂ ਇਹ ਭੁਗਤ ਲਿਆ। ਅਸੀਂ ਹਸਪਤਾਲ ਨਵੇਂ ਕਰਨੇ ਸੀ ਕ੍ਰੀਏਟ, ਅਸੀਂ ਬੈੱਡ ਨਵੇਂ ICU ਤਿਆਰ ਕਰਨੇ ਸੀ, ਅਸੀਂ ਆਕਸੀਜਨ ਦੇ ਵਾਸਤੇ ਤਿਆਰੀ ਕਰਨੀ ਸੀ, ਰਾਈਟ। ਐਂਡ ਅਸੀਂ ਲੋਕਾਂ ਨੂੰ ਹੋਰ ਜਾਗਰੂਕ ਕਰਨਾ ਸੀ ਕਿ ਵਿਸਲੇ ਨਾ ਹੋ, ਇਹਨੇ ਮੁੜ ਕੇ ਫੇਰ ਹੋਣਾ। ਉਹ ਅਸੀਂ ਸਾਰੇ ਫਰੰਟਾਂ 'ਤੇ ਫੇਲ ਹੋ ਗਏ। ਪਲੱਸ ਵੈਕਸੀਨੇਸ਼ਨ, ਚਲੋ ਵੈਕਸੀਨੇਸ਼ਨ ਅਸੀਂ ਟਾਈਮ ਸਿਰ ਸ਼ੁਰੂ ਕਰਤੀ, ਸਾਰਾ ਕੁਛ ਕਰਤੀ, ਪਰ ਅਸੀਂ ਉਸ ਲੈਵਲ ਤੱਕ ਵੈਕਸੀਨੇਸ਼ਨ ਦੀ ਵੀ ਤਿਆਰੀ ਨਹੀਂ ਕਰ ਸਕੇ। ਅਸੀਂ ਲੋਕਾਂ ਨੂੰ ਡੋਨੇਟ ਕਰਦੇ ਲੱਗੇ, ਵੈਕਸੀਨੇਸ਼ਨ ਬਾਹਰ ਭੇਜਣੀਆਂ ਸ਼ੁਰੂ ਕਰਤੀਆਂ, ਆਪਣੇ ਲੋਕਾਂ ਨੂੰ ਬਚਾਉਣ 'ਚ ਅਸੀਂ ਸ਼ਾਇਦ ਵਿਸਲੇ ਹੋ ਗਏ। ਸੋ ਇਸ ਕਰਕੇ ਜਿਹੜੀ ਹੁਣ ਸੈਕਿੰਡ ਵੇਵ ਆਈ ਹੈ, ਇੱਕ ਤਾਂ ਸਟ੍ਰੇਨ ਅਲੱਗ ਹੈਗੀ ਕਿ ਵਾਇਰਸ ਦੀ ਇਹ ਆਦਤ ਆ, ਨੇਚਰ ਆ ਕੁਦਰਤੀ ਤੌਰ 'ਤੇ ਕਿ ਆਪਣੀ ਸ਼ਕਲ ਸੂਰਤ ਬਦਲਦਾ ਰਹਿੰਦਾ। ਅਸੀਂ ਇੱਕ ਨੂੰ ਠੀਕ ਕਰਦੇ ਹਾਂ, ਇਹ ਸ਼ਕਲ ਫੇਰ ਚੇਂਜ ਕਰ ਲੈਂਦਾ, ਬੇਰੂਪੀਆ ਗਿਰਗਟ ਵਾਂਗੂ ਰੰਗ ਬਦਲਦਾ। ਸੋ ਰੰਗ ਬਦਲ ਕੇ ਫਿਰ ਅਟੈਕ ਕਰ ਗਿਆ। ਔਰ ਸਾਡੀ ਤਿਆਰੀ ਹੋਈ ਨਹੀਂ। ਹੁਣ ਜਿਹੜਾ ਹੁਣ ਟਾਈਮ 'ਤੇ ਆਇਆ, ਜੋ ਫਸਟ ਟਾਈਮ ਅਸੀਂ ਦੇਖਿਆ ਸੀ ਲੋਕਾਂ ਦੇ, ਜਿਹੜਾ ਹੁਣ ਦੇਖਦੇ ਹਾਂ, ਬਹੁਤ ਸੀਰੀਅਸ ਕੇਸ ਵੀ ਜ਼ਿਆਦਾ ਆ ਰਹੇ ਆ, ਜ਼ਿਆਦਾ ਸੀਰੀਅਸ ਆ ਰਹੇ ਆ, ਐਂਡ ਡੈਥ ਵੀ ਜ਼ਿਆਦਾ ਹੋ ਰਹੀ ਹੈ। ਐਂਡ ਸਾਡੀ ਤਿਆਰੀ ਨਹੀਂ। ਆਕਸੀਜਨ ਬੇਸਿਕ ਇਸ ਬਿਮਾਰੀ ਦੇ ਇਲਾਜ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਆਕਸੀਜਨ, ਔਰ ਆਕਸੀਜਨ ਨਹੀਂ ਸਾਡੇ ਲਈ ਅਸੀਂ ਬੇਬਸ ਹੋ ਗਏ, ਰਾਈਟ। ਸੋ ਇਸ ਕਰਕੇ ਅਸੀਂ ਜ਼ਿਆਦਾ ਸਫਰ ਕਰ ਰਹੇ। ਔਰ ਸਾਇੰਟਿਸਟ ਨੇ ਇੱਕ ਹੋਰ ਵਾਰਨਿੰਗ ਦਿੱਤੀ, ਇੱਕ ਤੀਜੀ ਵੇਵ ਫੇਰ ਆਉਣੀ ਹੈ। ਉਹ ਇਸ ਕਰਕੇ ਆਉਣੀ ਆ ਕਿ ਇਸ ਬਹਿਰੂਪੀਏ ਨੇ ਰੰਗ ਹੋਰ ਬਦਲਣਾ, ਤੀਜੀ ਵਾਰੀ ਇਹਨਾਂ ਰੰਗ ਨਾ ਆਉਣਾ।
ਔਰ ਐਕਸਪੈਕਟਡ ਆ ਇਹਦੇ ਨਾਲੋਂ ਜ਼ਿਆਦਾ ਖਤਰਨਾਕ ਹੋਊਗਾ। ਇਹਨੂੰ ਪਹਿਲਾਂ ਅਸੀਂ ਕੰਟਰੋਲ ਕਰੀਏ, ਪਰ ਨਾਲ ਉਹਦਾ ਵੀ ਤਿਆਰੀ ਨਾਲ ਕਰਨੀ ਪੈਣੀ ਹੈ ਕਿ ਉਹਨੇ ਆਉਣਾ ਹੀ ਆਉਣਾ। ਜੇ ਇਹਨੂੰ ਇਫੈਕਟਿਵਲੀ ਕੰਟਰੋਲ ਕਰ ਗਏ ਐਂਡ ਅਸੀਂ ਆਪਣਾ ਇਨਫਰਾਸਟਰਕਚਰ ਕਰ ਗਏ, ICU ਬੈੱਡ ਕ੍ਰੀਏਟ ਕਰ ਗਏ, ਆਕਸੀਜਨ ਦੇ ਬੈੱਡ ਕ੍ਰੀਏਟ ਕਰ ਗਏ ਐਂਡ ਆਕਸੀਜਨ ਦੀ ਅਵੇਲੇਬਿਲਿਟੀ ਕ੍ਰੀਏਟ ਕਰ ਲਈ, ਇੰਜੈਕਸ਼ਨ ਜਿਹੜੇ ਰੈਮਡੈਸੀਵੀਰ ਆ ਉਹਦੀ ਕੁਆਂਟੀਟੀ ਸਫੀਸ਼ੀਐਂਟ ਕਰ ਗਏ, ਫਿਰ ਅਸੀਂ ਤੀਜੀ ਤੋਂ ਬਚਾਂਗੇ। ਸੋ ਸਾਡੇ ਸਾਹਮਣੇ 2 ਟਾਰਗੇਟ ਆ ਜਿਹੜੇ ਹੁਣ ਆਈ ਆ, ਇਹ ਤੋਂ ਬਚਾਅ ਕਰਨਾ ਲੋਕਾਂ ਨੂੰ ਐਜੂਕੇਟ ਕਰਨਾ। ਸਭ ਤੋਂ ਇੰਪੋਰਟੈਂਟ ਪਾਰਟ ਆ ਕਿ ਲੋਕਾਂ ਨੂੰ ਐਜੂਕੇਟ ਕਰਨਾ ਯਾਰ, ਲੋਕ ਆਪਣੀ ਜ਼ਿੰਮੇਵਾਰੀ ਸਮਝਣ ਕਿ ਸਾਡੀ ਆਪਣੀ ਜ਼ਿੰਮੇਵਾਰੀ ਆ, ਇਹ ਸਰਕਾਰ ਇਕੱਲੀ ਦੀ ਜ਼ਿੰਮੇਵਾਰੀ ਨਹੀਂ। ਵੀ ਅਸੀਂ ਮਹਾਂਮਾਰੀ ਤੋਂ ਬਚਣਾ, ਆਪਣੇ ਆਪ ਨੂੰ ਇਕੱਠ ਕਰਨੇ, ਕਿੱਟੀਆਂ ਕਰਨੀਆਂ, ਵਿਆਹ ਸ਼ਾਦੀਆਂ ਕਰਨੀਆਂ, ਮੇਲਿਆਂ 'ਤੇ ਜਾਣਾ ਹੈ ਨਾ, ਇਹਨਾਂ ਕੰਮਾਂ ਨੂੰ ਨਾ ਕਰੀਏ, ਆਪਣੀਆਂ ਜਾਨਾਂ ਬਚਾਈਏ। ਇੱਕ ਵਾਰ ਹੀ ਤੀਜੀ ਵੇਵ ਤੋਂ ਨਿਕਲ ਗਏ ਫਿਰ ਆਪਾਂ ਸੌਖੇ, ਉਦੋਂ ਤੱਕ ਵੈਕਸੀਨੇਸ਼ਨ ਹੋ ਜਾਣੀ ਹੈ। ਇੱਕ ਵਾਰੀ ਵੈਕਸੀਨੇਸ਼ਨ ਹੋ ਗਈ ਫਿਰ ਸਾਨੂੰ ਇਹ ਹੋਊਗਾ ਜਿਹੜੇ ਬੰਦੇ ਨੂੰ ਇੱਕ ਵਾਰੀ ਵੈਕਸੀਨ ਲੱਗ ਜਾਂਦੀ ਹੈ 100% ਗਰੰਟੀ ਤਾਂ ਨਹੀਂ ਹੁੰਦੀ ਇਹ ਬਿਮਾਰੀ ਮੁੜ ਕੇ ਨਹੀਂ ਹੋਗੀ, ਪਰ ਇੱਕ ਵਾਰੀ ਵੈਕਸੀਨ ਜਿਹੜੀ ਲੱਗੀ ਹੈ, ਜੋ ਹੁਣ ਤੱਕ ਸਾਡਾ ਐਕਸਪੀਰੀਅੰਸ ਹੋਇਆ, ਜੋ ਸਟੱਡੀਜ਼ ਨੇ ਦੱਸਿਆ ਕਿ ਜੇ ਵੈਕਸੀਨ ਲੱਗੀ ਬੰਦੇ ਦੇ ਹੋ ਵੀ ਜਾਵੇ, ਇੱਕ ਤਾਂ ਬਿਮਾਰੀ ਪਹਿਲੀ ਗੱਲ ਹੁੰਦੀ ਨਹੀਂ, ਜੇ ਹੋ ਵੀ ਜਾਵੇ ਔਰ ਉਹ ਇੰਨੀ ਲੀਥਲ ਨਹੀਂ, ਮਤਲਬ ਖਤਰਨਾਕ ਨਹੀਂ ਹੁੰਦੀ, ਥੋੜ੍ਹੀ ਹੁੰਦੀ ਆ ਅਤੇ ਜਾਨਲੇਵਾ ਘੱਟ ਹੁੰਦੀ ਆ, ਬੋਡੀ ਚੱਲ ਲੈਂਦੀ ਹੈ, ਠੀਕ ਹੈ ਨਾ, ਬੋਡੀ ਅੰਦਰੋਂ ਤਿਆਰੀ ਹੋ ਜਾਂਦੀ ਹੈ ਇਹਦੇ ਨਾਲ ਫਾਈਟ ਕਰਨ ਦੀ। ਸੋ ਸਾਨੂੰ ਇਸ ਵੇਲੇ ਇਹ ਨਾਲ ਫਾਈਟ ਕਰਨਾ, ਰਲ ਮਿਲ ਕੇ ਸਾਰੇ ਲੋਕਾਂ ਦੇ ਸਹਿਯੋਗ ਨਾਲ, ਆਪਣੀ ਜ਼ਿੰਮੇਵਾਰੀ ਸਮਝ ਕੇ, ਸਰਕਾਰ ਨਾਲ ਸਹਿਯੋਗ ਕਰਕੇ ਐਂਡ ਇਨ ਦਾ ਮੇਨ ਟਾਈਮ ਸਰਕਾਰਾਂ ਤਿਆਰ ਕਰਨ। ਇੱਕ ਵਾਰੀ ਵੇਵ ਹੋਰ ਹੋਣੀ, ਹੁਣ ਇਹ ਵੇਵ ਮਈ ਜੂਨ ਕਿੰਨਾ ਚਿਰ ਚੱਲਦੀ ਹੈ, ਹਲੇ ਪੀਕ 'ਤੇ ਜਾ ਰਹੀ ਹੈ, ਅਜੇ ਥੋੜ੍ਹੀ ਹੋਰ ਵਧੇਗੀ ਫਿਰ ਥੱਲੇ ਆਏਗੀ, ਪਰ ਜਿਹੜੀ ਤੋਂ ਤੀਜੀ ਆਉਣੀ ਹੈ, ਠੀਕ, ਇਹ ਹੋ ਜਾਂਦਾ ਪਹਿਲੀ ਏਡੀ ਗਈ ਸੀ, ਦੂਜੀ ਅਸੀਂ ਘੱਟ ਐਕਸਪੈਕਟ ਕਰਦੇ ਸੀ, ਤੀਜੀ ਇਹ ਤੋਂ ਘੱਟ ਹੋਇਆ, ਉਲਟਾ ਪਹਿਲੀ ਆਈ ਸੀ, ਦੂਜੀ ਇਹ ਤੋਂ ਉੱਪਰ ਟੱਪ ਗਈ। ਉਹਦੇ ਕਾਰਨ ਪਹਿਲਾਂ ਤੁਹਾਨੂੰ ਮੈਂ ਦੱਸ ਚੁੱਕਿਆ, ਅਤੇ ਤੀਜੀ ਛੋਟੀ ਹੋ ਸਕਦਾ, ਛੋਟੀ ਰਹਿ ਜਾ ਜੇ ਅਸੀਂ ਤਿਆਰ ਹੋਏ ਤਾਂ, ਸਰਕਾਰਾਂ ਤਿਆਰ ਹੋਈਆਂ, ਲੋਕ ਤਿਆਰ ਹੋਏ, ਪਰ ਜੇ ਅਸੀਂ ਵਿਸਲੇ ਹੋ ਗਏ ਤਾਂ ਤੀਜੀ ਇਹ ਤੋਂ ਉੱਪਰ ਜਾਊਗੀ ਐਂਡ ਦੈਟ ਵਿਲ ਬੀ ਅ ਡਿਜ਼ਾਸਟਰ। ਤੇ ਉਹਨੂੰ ਪਹਿਲਾਂ ਰੋਕਣ ਦੇ ਲਈ ਸਰਕਾਰਾਂ ਨੂੰ ਤੇ ਆਪਾਂ ਨੂੰ ਹੁਣ ਤੋਂ ਤੀਜੀ ਵਾਸਤੇ ਵੀ ਤਿਆਰੀ ਸ਼ੁਰੂ ਹੋਣੀ ਅਤੇ ਦੂਜੀ ਨੂੰ ਕੰਟੇਨ ਕਰਨੀ, ਇਹ ਇੰਪੋਰਟੈਂਟ ਹੈ। ਇਸ 'ਚ ਹਰ ਬੰਦੇ ਨੂੰ ਕੋਈ ਕਾਉਂਟਰ ਇੰਡੀਕੇਸ਼ਨ ਨਹੀਂ ਹੈਗੀ, ਵੈਕਸੀਨ ਹਰ ਲਓ ਹੋਵੇ ਤਾਂ ਕਿ ਆਪਾਂ ਇਹ ਤੋਂ ਬਚੀਏ ਤਾਂ ਤੀਜੀ ਵੇਵ ਤੋਂ ਵੀ ਬਚੀਏ, ਇਹ ਸਭ ਤੋਂ ਇੰਪੋਰਟੈਂਟ ਮੈਸੇਜ ਹੈ। ਗੱਲ ਕਰਦੇ ਹਾਂ ਕਿ ਇੱਕ ਆਮ ਅੱਜ ਇਹ ਚੱਲਿਆ ਰਿਹਾ ਆ ਕਿ ਬੰਦਾ ਚੰਗਾ ਭਲਾ ਹੈ, ਕੁਛ ਨਹੀਂ ਹੁੰਦਾ ਕਿ ਕਿਸੇ ਦੀ ਸ਼ਾਮ ਨੂੰ ਜਾਂ ਸਵੇਰ ਨੂੰ ਇੱਕਦਮ ਆਕਸੀਜਨ ਲੈਵਲ ਡਾਊਨ ਜਾਂਦਾ ਅਤੇ ਉਸ ਤੋਂ ਬਾਅਦ ਪਤਾ ਲੱਗਦਾ ਕਿ ਵਿਦਨ ਫਿਊ ਆਵਰਸ ਜਿਹੜੀ ਆ ਉਹਦੀ ਡੈਥ ਹੋ ਗਈ ਜਾਂ ਉਹ ਸੀਰੀਅਸ ਹੋ ਗਿਆ ਲੱਗੇ। ਇੱਕ ਹੀ ਅੰਦਰ ਕਰੋਨਾ ਉਹਦੇ ਜਿਹੜਾ ਆ ਉਹ ਮਾਰ ਕਰ ਰਿਹਾ ਹੁੰਦਾ, ਕਰੋਨਾ ਕਰਕੇ ਘਟਦੀ ਹੈ ਜਾਂ ਹੋਰ ਵੀ ਕੋਈ ਕਾਰਨ ਇਸ ਨੂੰ ਚੱਲਦੇ ਪਏ ਆ? ਬਹੁਤ ਇੰਪੋਰਟੈਂਟ ਕੁਐਸਚਨ ਤੁਸੀਂ ਪੁੱਛਿਆ। ਇਹ ਗੱਲ ਸਾਨੂੰ ਸਮਝਣੀ ਚਾਹੀਦੀ ਆ ਕਿ ਜਿਸ ਵੀ ਬੰਦੇ ਨੂੰ ਖਾਂਸੀ ਹੋਈ ਆ, ਬੁਖਾਰ ਹੋਇਆ, ਉਹਦੇ ਗਲੇ 'ਚ ਖਰਾਸ਼ ਹੋਈ ਆ, ਉਹਨੂੰ ਲਾਈਟਲੀ ਨਾ ਲਵੇ, ਵਿਦਆਊਟ ਝਿਜਕ। ਉਹਨਾਂ ਨੂੰ ਟੈਸਟ ਫ੍ਰੀ ਹੋ ਰਿਹਾ, ਇੰਨੇ ਜ਼ਿਆਦਾ ਹੋ ਰਹੇ, ਪਹਿਲੇ ਤਾਂ ਸਾਡੇ ਕੋਲ ਟੈਸਟ ਸੀਗੇ ਨਹੀਂ, ਫ੍ਰੀ ਹੋ ਰਿਹਾ। ਅਸੀਂ ਤਾਂ ਬਾਜਾਂ ਮਾਰਦੇ ਸਰਕਾਰੀ ਹਸਪਤਾਲ, ਅਸੀਂ ਡਾਕਟਰ ਵੀ ਆ ਕੇ ਟੈਸਟ ਕਰਾਓ। ਉਹਦਾ ਮਤਲਬ ਟਾਈਮ ਸਿਰ ਬਿਮਾਰੀ ਦਾ ਪਤਾ ਲੱਗ ਜਾਏ, ਜੇ ਹੈਗਾ ਅਤੇ ਟਾਈਮ ਸਿਰ ਐਕਸ਼ਨ ਹੋ ਜਾਏ, ਤਾਂ ਕਿ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਕਿ ਸਡਨਲੀ ਬੰਦਾ ਸੀਰੀਅਸ ਹੋ ਗਿਆ ਜੀ, ਉਹ ਸੀਰੀਅਸ ਹੁੰਦੇ ਹੀ ਤਾਂ ਆਇਆ ਕਿ ਉਹਨੇ ਟਾਈਮ ਸਿਰ ਟੈਸਟ ਨਹੀਂ ਕਰਾਇਆ, ਟਾਈਮ ਸਿਰ ਕਿੰਨਾ ਬਿਮਾਰੀ ਹੈਗੀ ਆ ਉਹਦਾ ਡਾਕਟਰ ਤੋਂ ਸਲਾਹ ਨਹੀਂ ਲਈ, ਉਹਦਾ ਇਲਾਜ ਨਹੀਂ ਕਰਾਇਆ। ਅਤੇ ਅਸੀਂ ਘਰੋਂ ਉਦੋਂ ਤੁਰਦੇ ਹਾਂ ਜਦੋਂ ਹੱਥੋਂ ਗੱਲ ਨਿਕਲ ਗਈ ਹੁੰਦੀ ਆ, ਅਤੇ ਉੱਥੇ ਫਿਰ ਡਾਕਟਰ ਵੀ ਬੇਬਸ ਕੇ ਆਲਰੇਡੀ ਇਹ ਗਲਤ ਹੱਥੋਂ ਨਿਕਲ ਚੁੱਕੀ ਆ। ਜਿਸ ਵੇਲੇ ਇਨਫੈਕਸ਼ਨ ਹੋਈ ਸੀ ਉੱਥੇ ਐਂਟੀਵਾਇਰਲ ਡਰੱਗਸ ਹੈਗੀਆਂ, ਉਹ ਦੇਣ ਦਾ ਟਾਈਮ ਅਸੀਂ ਲੰਘਾਤਾ। ਜਿਹੜੇ ਜਰਾਸੀਮ ਹੈਗੇ, ਵਾਇਰਸ ਹੈਗੇ, ਉਹਨੂੰ ਮਾਰਨ ਦਾ ਟਾਈਮ ਹੈਗਾ ਪਹਿਲੇ 10 ਦਿਨ, ਖਾਸ ਤੌਰ 'ਤੇ 3 ਦਿਨ, ਤੀਜੇ ਦਿਨ ਤੋਂ ਲੈ ਕੇ 7ਵੇਂ ਦਿਨ ਤੱਕ। ਉਹ ਟਾਈਮ ਅਸੀਂ ਲਗਾ ਦਿੰਦੇ ਹਾਂ ਅਣਗਹਿਲੀ ਕਰਕੇ, ਅਸੀਂ ਦੱਸਣਾ ਨਹੀਂ ਚਾਹੁੰਦੇ, ਅਸੀਂ ਟੈਸਟ ਹੀ ਨਹੀਂ ਕਰਾਉਣਾ ਚਾਹੁੰਦੇ, ਜੋ ਸਭ ਕੁਝ ਫ੍ਰੀ ਹੋ ਰਿਹਾ, ਸਰਕਾਰ ਨੇ ਅਵੇਲੇਬਲ ਕਰਿਆ। ਉਸੇ ਗਲਤੀ ਕਰਕੇ ਅਸੀਂ ਬਾਅਦ 'ਚ ਜਿਹੜਾ ਸੀਰੀਅਸ ਹੋ ਜਾਂਦੇ ਹਾਂ, ਫਿਰ ਅਸੀਂ ਹਸਪਤਾਲ ਦੌੜਦੇ ਹਾਂ, ਅਤੇ ਜਦੋਂ ਉਦੋਂ ਗੱਲ ਆਲਰੇਡੀ ਜ਼ਿਆਦਾ ਹੱਥੋਂ ਨਿਕਲ ਗਈ, ਐਂਟੀਵਾਇਰਲ ਡਰੱਗ ਯੂਜ਼ ਕਰਨ ਦਾ ਟਾਈਮ ਨਿਕਲ ਗਿਆ। ਸੋ ਦੈਟ ਦਾ ਕਰਕਸ। ਐਂਡ ਫਿਰ ਅਸੀਂ ਹਸਪਤਾਲ ਜਾ ਕੇ ਬਜਾਏ ਅਸੀਂ ਡਾਕਟਰ ਨਾਲ ਕੋਆਪਰੇਟ ਕਰੀਏ, ਫਿਰ ਅਸੀਂ ਉੱਥੇ ਹੰਗਾਮਾ ਕਰਦੇ ਹਾਂ
ਵੀ ਡਾਕਟਰ ਅਟੈਂਡ ਨਹੀਂ ਕਰਦਾ, ਡਾਕਟਰ ਆ ਨਹੀਂ ਕਰਦਾ। ਉਹ ਡਾਕਟਰ ਅਟੈਂਡ ਕਰਦਾ, ਜੇ ਡਾਕਟਰ ਉਸ ਨੂੰ ਟੈਕਲ ਕਰਨ ਲਈ ਉਹਦਾ ਸਿਸਟਮ ਨਹੀਂ ਹੈਗਾ ਤਾਂ ਉਹਨੂੰ ਪੇਸ਼ੈਂਟ ਨੂੰ ਐਡਮਿਟ ਕਰਕੇ ਉਹਨੂੰ ਅਲਾਉਡ ਨਹੀਂ ਸਰਕਾਰ ਵੱਲੋਂ। ਐਂਡ ਐਡਮਿਟ ਕਰਕੇ ਕਰਨ ਜੋਗਾ ਉਹ ਨਾ ਤਾਂ ਉਹਨੂੰ ਪਰਮਿਸ਼ਨ ਆ ਅਤੇ ਨਾ ਹੀ ਕਰ ਸਕਦਾ, ਉਹਦੇ ਕੋਲ ਇਕੁਇਪਮੈਂਟ ਨਹੀਂ ਹੈਗਾ। ਨੈਚੁਰਲੀ ਵੱਡੇ ਸੈਂਟਰ 'ਚ ਭੇਜੂਗਾ, ਉਸ ਤੋਂ ਜਾਂਦੇ ਰਾਹ 'ਚ ਉੱਥੇ ਜਾ ਕੇ ਪੇਸ਼ੈਂਟ ਕਲੈਪਸ ਕਰਦਾ। ਪੇਸ਼ੀ ਵਾਲੀ ਗਲਤੀ ਕਿੱਥੇ ਹੋਈ? ਅਸੀਂ ਬੁਖਾਰ ਹੋਇਆ, ਖਾਂਸੀ, ਉੱਥੇ ਟੈਸਟ ਨਹੀਂ ਕਰਾਇਆ। ਅਸੀਂ ਬਿਮਾਰੀ ਦੀ ਹਿਫਾਜ਼ਤ ਟਾਈਮ ਸਿਰ ਨਹੀਂ ਕੀਤੀ, ਅਤੇ ਜਿਹੜਾ ਟਾਈਮ ਟਰੀਟ ਕਰਨ ਦਾ ਸੀ ਉਹ ਅਸੀਂ ਮਿਸ ਕਰ ਗਏ। ਅਤੇ ਹੁਣ ਅਸੀਂ ਕਹਿੰਦੇ ਹਾਂ ਵੀ ਹੁਣੇ ਠੀਕ ਕਰੋ। ਫਿਰ ਡਾਕਟਰ ਤਾਂ ਇਸ ਕੰਮ ਲਈ ਬੈਠੇ ਆ। ਇਹ ਕਦੀ ਦੁਨੀਆ 'ਚ ਨਹੀਂ ਹੋ ਸਕਦਾ ਵੀ ਡਾਕਟਰ ਕੋਲ ਮਰੀਜ਼ ਗਿਆ ਫਿਰ ਡਾਕਟਰ ਨੂੰ ਅਟੈਂਡ ਨਾ ਕਰੇ। ਪਰ ਡਾਕਟਰ ਦੀਆਂ ਲਿਮਿਟੇਸ਼ਨ ਆਪਣੀਆਂ, ਕਿਸ ਲਿਮਿਟ ਤੱਕ ਮੈਂ ਉਹਦਾ ਇਲਾਜ ਕਰ ਸਕਦਾ। ਮੇਰੀ ਆਪਣੀ ਲਿਮਿਟ ਆ, ਦੂਜੇ ਲੈਵਲ ਦੀ ਆਪਣੀ ਲਿਮਿਟ ਆ, ਤੀਜੇ ਲੈਵਲ ਦੀ, 3 ਤਰ੍ਹਾਂ ਦੇ ਲੈਵਲ ਆ ਟਰੀਟਮੈਂਟ, ਠੀਕ ਹੈ ਨਾ। ਸੋ ਉਸ ਕਰਕੇ ਉੱਥੇ ਹੰਗਾਮਾ ਨਹੀਂ ਕਰਨਾ ਚਾਹੀਦਾ। ਜੋ ਡਾਕਟਰ ਸਲਾਹ ਦਿੰਦਾ ਉਸ ਹਿਸਾਬ ਨਾਲ ਚੱਲੋ। ਗੱਲ ਕਰਦੇ ਕਿ ਇੱਕ ਆਮ ਜਿਹੜੇ ਆ ਮੈਸੇਜ ਵਾਇਰਲ ਹੋ ਰਹੇ ਆ ਕਿ ਦਿਹਾੜੀ ਵਿੱਚ 2-3 ਵਾਰ ਆਪਣੀ ਆਕਸੀਜਨ ਚੈੱਕ ਕਰੋ, ਆਹ ਕਰੋ। ਮੁੱਢਲੇ ਜਿਹੜੇ ਆ ਲੱਛਣ ਆਪਾਂ ਕਹਿ ਲੈਂਦੇ ਆ ਕਿ ਘਰ ਦੇ ਵਿੱਚ ਅਗਰ ਆਪਾਂ ਦੇਖੀਏ ਕਿ ਸਾਡੇ ਆਸ-ਪਾਸ ਜਾਂ ਸਾਡੇ ਕਿਸੇ ਫੈਮਿਲੀ ਮੈਂਬਰ ਨੂੰ ਕੋਈ ਪ੍ਰੋਬਲਮ ਆਉਂਦੀ ਆ, ਆਪਾਂ ਕਿੱਦਾਂ ਜੱਜ ਕਰ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਇਨਫੈਕਟਡ ਹੋ ਗਿਆ ਹੋਵੇ? ਹਾਂ, ਬੜਾ ਇੰਪੋਰਟੈਂਟ ਮੈਸੇਜ ਆ ਇਹਦੇ ਵਿੱਚ ਕਿ ਹਰ ਬੰਦੇ ਨੂੰ ਟੈਸਟ ਕਰਨ ਦੀ ਲੋੜ ਨਹੀਂ ਹੈ। ਜਿਹੜੇ ਵੀ ਬੰਦੇ ਨੂੰ ਬੁਖਾਰ, ਖਾਂਸੀ ਹੋਈ ਆ, ਸੁੱਕੀ ਖਾਂਸੀ ਹੋਈ ਆ ਜਾਂ ਸਾਹ ਦੀ, ਉਹਨੂੰ ਆਪਣੇ ਆਕਸੀਜਨ ਦਾ ਲੈਵਲ ਟੈਸਟ ਕਰਨਾ ਚਾਹੀਦਾ। ਜੇ ਉਹਦੇ ਆਕਸੀਜਨ 90% ਤੋਂ ਉੱਪਰ ਹੈਗੀ ਆ, ਉਹਨੂੰ ਚਿੰਤਾ ਦੀ ਗੱਲ ਨਹੀਂ ਹੈ ਕਿ ਸਾਰਾ ਦਿਨ ਨਾ ਟੈਸਟ ਕਰੀ ਜਾਵੇ। ਜਿਹਨੂੰ ਖਾਂਸੀ ਬੁਖਾਰ ਹੈਗੀ, ਉਹਦਾ 95 ਲੈਵਲ ਹੈਗਾ ਜਾਂ 97 ਹੈਗਾ ਜਾਂ 90 ਤੋਂ ਉੱਪਰ ਹੈਗਾ, ਉਹਨੂੰ ਟੈਸਟ ਤਾਂ ਕਰਾ ਰਿਹਾ, ਪਰ ਉਹਦਾ ਲੈਵਲ ਜੇ ਸਹੀ ਚੱਲ ਰਿਹਾ ਤਾਂ ਠੀਕ ਹੈ। ਸਾਰਾ ਦਿਨ ਟੈਸਟ ਕਰਕੇ ਟੈਨਸ਼ਨ ਦਿਮਾਗ 'ਤੇ ਨਾ ਲਾਓ। ਸਭ ਤੋਂ ਇੰਪੋਰਟੈਂਟ ਪੁਆਇੰਟ ਆ, ਪਹਿਲਾਂ ਤਾਂ ਬੈਠ ਕੇ ਆਪਣੀ ਸੈਚੂਰੇਸ਼ਨ ਚੈੱਕ ਕਰੋ, ਜਿੰਨੀ ਵੀ ਹੈਗੀ ਆ ਉਹਨੂੰ ਨੋਟ ਕਰ ਲਓ। ਫਿਰ ਘੜੀ ਦੇਖ ਕੇ 6 ਮਿੰਟ ਤੁਰਨਾ, 6 ਮਿੰਟ ਤੁਰਨਾ। ਜੇ 6 ਮਿੰਟ ਤੁਰਨ ਦੇ ਨਾਲ ਆਕਸੀਜਨ ਉਨੀ ਰਹਿ ਗਈ ਲੈਵਲ SpO2 ਜਾਂ ਵੱਧ ਗਿਆ, ਇਹਦਾ ਮਤਲਬ ਤੁਸੀਂ ਸੇਫ। ਜੇ 6 ਮਿੰਟ ਤੁਰਨ ਤੋਂ ਬਾਅਦ ਇਮੀਡੀਏਟਲੀ ਚੈੱਕ ਕੀਤਾ, ਤੁਹਾਡੀ ਆਕਸੀਜਨ ਦਾ ਲੈਵਲ 3 ਤੋਂ ਜ਼ਿਆਦਾ ਘਟ ਗਿਆ, ਮੰਨ ਲਓ ਪਹਿਲਾਂ 98 ਸੀ, ਹੁਣ 95 ਜੇ ਇਸ ਤੋਂ ਥੱਲੇ ਆ ਗਿਆ, ਇਹਦਾ ਮਤਲਬ ਉੱਪਰੋਂ ਤੁਸੀਂ ਠੀਕ ਹੋ, ਅੰਦਰ ਖਾਤੇ ਤੁਹਾਡੀ ਆਕਸੀਜਨ ਘੱਟ ਹੈ। ਸੈਚੂਰੇਸ਼ਨ ਟੈਸਟ ਕਰਨ ਤੋਂ ਪਹਿਲਾਂ ਇੱਕ ਵਾਰੀ ਹੈਂਡ ਵਾਸ਼ ਜ਼ਰੂਰ ਕਰ ਲਓ ਕਿ ਗਰੀਸ ਲੱਗੀ ਹੋਵੇ ਜਾਂ ਕੋਈ ਨੇਲ ਪਾਲਿਸ਼ ਹੈਗੀ ਆ, ਠੀਕ ਹੈ। ਜੇ ਨੇਲ ਪਾਲਿਸ਼ ਲੱਗੀ ਆ ਤਾਂ ਤੁਹਾਡੀ ਰੀਡਿੰਗ ਗਲਤ ਆਏਗੀ, ਹਾਂ, ਸਹੀ ਨਹੀਂ ਆਏਗੀ। ਸੋ ਨੇਲ ਪਾਲਿਸ਼ ਉਤਾਰ ਕੇ ਟੈਸਟ ਕਰਨਾ। ਐਂਡ ਹੈਂਡ 'ਤੇ ਗਰੀਸ ਲੱਗੀ ਤਾਂ ਚੀਜ਼ ਹੈਂਡ ਵਾਸ਼ ਜ਼ਰੂਰ ਕਰ ਲਓ ਤਾਂ ਕਿ ਸਹੀ ਰੀਡਿੰਗ ਆਵੇ। ਕਰੀਮ ਵੀ ਜਿਹੜੀ ਉਹ ਨਹੀਂ ਲੱਗੀ ਹੋਣੀ ਚਾਹੀਦੀ ਉੱਤੇ, ਆਪਾਂ ਨਾਰਮਲ ਕਰੀਮ ਲਾ ਲੈਂਦੇ ਹਾਂ ਜਾਂ ਹੋਰ ਕੁਝ ਲਾ। ਸੋ ਬੈਟਰ ਨੂੰ ਵਾਸ਼ ਕਰ ਲਓ। ਖਾਸ ਤੌਰ 'ਤੇ ਨੇਲ ਪਾਲਿਸ਼ ਜਾਂ ਇੱਦਾਂ ਦੀ ਕੋਈ ਚੀਜ਼ ਨਹੁੰ 'ਤੇ ਨਹੀਂ ਲੱਗੀ ਹੋਣੀ ਚਾਹੀਦੀ ਤਾਂ ਕਿ ਉਹਦੇ ਨਾਲ ਰੀਡਿੰਗ ਫਿਰ ਗਲਤ ਹੋਵੇ। ਆਮ ਦੇਖਿਆ ਜਾਂਦਾ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਖਾਸ ਕਰ ਜਿਹੜਾ ਪਿਛਲਾ ਲਾਕਡਾਊਨ ਨਿਕਲਿਆ, ਲੋਕਾਂ ਨੇ ਕਾੜੇ ਪੀ ਕੇ ਜਿਹੜਾ ਬਹੁਤ ਕੰਮ ਕੀਤਾ ਵੀ ਕਾੜੇ ਜਿਹੜੇ ਆ ਬਹੁਤ ਜ਼ਿਆਦਾ ਪੀਣੇ ਸ਼ੁਰੂ ਕਰ ਦਿੱਤੇ, ਜਾਂ ਚਲੋ ਸਬਜ਼ੀਆਂ ਖਾਣੀਆਂ ਜਾਂ ਹੋਰ ਫਰੂਟ ਖਾਣਾ ਜਾਂ ਸੈਲਡ ਖਾਣਾ, ਉਹ ਇੱਕ ਅਲੱਗ ਚੀਜ਼ ਆ। ਕਾੜੇ ਜਾਂ ਹੋਰ ਘਰ ਦੀਆਂ ਜਿਹੜੀਆਂ ਆਪਣੀ ਟੈਕਨੀਕ ਵਰਤ ਕੇ ਉਹ ਕਈ ਕੁਛ ਕੀਤਾ ਗਿਆ, ਦੇਸੀ ਓੜ ਪੋੜ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਠੀਕ ਹੈ। ਹੁਣ ਵੀ ਅਗਰ ਕਿਸੇ ਨੂੰ ਕੋਈ ਖਾਂਸੀ ਹੋ ਜਾਵੇ ਜਾਂ ਕੁਛ ਹੋ ਜਾਵੇ, ਪਹਿਲਾਂ ਤਾਂ ਉਹ ਮੰਨਣ ਨੂੰ ਤਿਆਰ ਨਹੀਂ ਹੁੰਦਾ, ਡਰਦਾ ਹੁੰਦਾ ਕਿ ਮੈਂ ਟੈਸਟ ਕਰਾਉਣ ਨਹੀਂ ਜਾਣਾ, ਨਹੀਂ ਮੈਨੂੰ ਤਾਂ ਉੱਦਾਂ ਹੀ ਖਾਂਸੀ ਆ, ਬੁਖਾਰ ਉੱਦਾਂ ਮਾੜਾ ਜਿਹਾ ਰੂਟੀਨ ਵਾਲਾ ਬੁਖਾਰ ਆ, ਬਾਅਦ 'ਚ ਪਤਾ ਲੱਗਦਾ ਹਫ਼ਤੇ ਬਾਅਦ ਵੀ ਕੰਮ ਉਹਦਾ ਵਿਗੜ ਗਿਆ। ਕਿ ਇਹ ਕਾੜੇ ਜਿਹੜੇ ਆ ਦੇਣੇ ਆ ਉਹ ਠੀਕ ਨੇ, ਕਿ ਆਪਣੀ ਬਾਡੀ ਨੂੰ ਸੱਚੀ ਉਹ ਸਟਰੋਂਗ ਕਰਦੇ ਨੇ, ਜਾਂ ਇਹਨੂੰ ਲਿਮਿਟ 'ਚ ਦੇਣਾ ਚਾਹੀਦਾ ਆ ਕਿ ਕਿਉਂਕਿ ਕੁਛ ਇਹ ਵੀ ਸਾਨੂੰ ਸੁਣਨ ਨੂੰ ਮਿਲਿਆ ਕਿ ਕਈ ਲੋਕਾਂ ਨੇ ਜ਼ਿਆਦਾ ਕਾੜੇ ਪੀ ਕੇ ਆਪਣੇ ਲੀਵਰ ਖਰਾਬ ਕਰ ਲਏ। ਜੋ ਕਾੜੇ ਵਾਲੀ ਗੱਲ ਹੈ ਜਾਂ ਇੱਦਾਂ ਦੇ ਜੋ ਵੀ ਓੜ ਪੋੜ ਹੈਗੇ ਆ, ਕਿਉਂਕਿ ਮੈਂ ਸਾਇੰਟਿਸਟ ਹਾਂ, ਮੇਰੇ ਕੋਲ ਇਹਦੇ ਨਾਲ ਕੋਈ ਬਚਾਅ ਹੁੰਦਾ, ਇਹਦਾ ਕੋਈ ਪ੍ਰੂਫ ਨਹੀਂ ਹੈ, ਰਾਈਟ। ਸੋ ਮੇਰੀ ਸਾਇੰਸ ਦੇ ਹਿਸਾਬ ਨਾਲ ਇਹਦਾ ਕੋਈ ਪ੍ਰੂਫ ਨਹੀਂ ਹੈ। ਸੋ ਇਸ ਕਰਕੇ ਮੈਂ ਇਸ ਚੀਜ਼ ਨੂੰ ਐਜ਼ ਏ ਸਾਇੰਟਿਸਟ ਰਿਕਮੈਂਡ ਨਹੀਂ ਕਰ ਸਕਦਾ। ਜੇ ਕਿਸੇ ਨੂੰ ਮੈਂ ਕਹਿੰਦਾ ਕਿ ਉਹਨੂੰ ਲੱਗ ਜਾਂਦਾ ਪਤਾ, ਕਿਉਂਕਿ ਜੋ ਸਾਡੀ ਜਜਮੈਂਟ ਆ, ਜਿੰਨਾ ਕਿ ਅਸੀਂ ਜਾਣਦੇ ਹਾਂ ਕਿ ਜਿਹੜੇ ਟੈਸਟ ਹੋ ਰਹੇ ਜਾਂ ਜਿਹੜੇ ਰਿਜ਼ਲਟ ਆ ਰਹੇ ਆ,
ਉਹ ਮਸੀਂ 30 ਤੋਂ 35% ਇੱਕ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਲੋਕ ਅਸੀਂ ਜਾਣਦੇ ਹਾਂ ਕਿ ਜਿਨ੍ਹਾਂ ਨੂੰ ਪਤਾ ਲੱਗਾ ਕਿ ਮੇਰਾ ਟੇਸਟ ਚਲਾ ਗਿਆ ਜਾਂ ਕੁਛ ਇੱਦਾਂ ਦੇ ਸਿੰਪਟਮਸ ਆਏ, ਬੁਖਾਰ ਹੋਇਆ, ਪਤਾ ਲੱਗਾ ਕਿ ਮੈਨੂੰ ਕਰੋਨਾ ਪੋਜ਼ਿਟਿਵ ਮੈਂ ਹੈਗਾ ਆ, ਲੇਕਿਨ ਉਹ ਟੈਸਟ ਕਰਵਾਉਣ ਨਹੀਂ ਜਾਂਦੇ। ਪੂਰੇ ਦਾ ਪੂਰਾ ਬਿਮਾਰ ਹੁੰਦਾ, ਪਰਿਵਾਰ ਬਿਮਾਰ ਹੁੰਦਾ, ਚਲੋ ਕੈਜੂਅਲਟੀ ਤੋਂ ਬਚ ਜਾਂਦੇ, ਠੀਕ ਹੋ ਜਾਂਦੇ ਆ। ਬਹੁਤ ਜ਼ਿਆਦਾ ਕੇਸ ਜਿਹੜੇ ਆ ਉਹ ਸਾਹਮਣੇ ਆ ਰਹੇ ਆ। ਚਲੋ ਜੇ ਕੋਈ ਪੋਜ਼ਿਟਿਵ ਹੋ ਜਾਂਦਾ ਆ, ਉਹਨੇ ਟੈਸਟ ਵੀ ਕਰਾ ਲਿਆ, ਪੋਜ਼ਿਟਿਵ ਹੋ ਜਾਂਦਾ, ਉਹਨੂੰ ਘਰ ਦੇ ਵਿੱਚ ਰਹਿਣ ਲਈ ਕਹਿ ਦਿੱਤਾ ਗਿਆ ਡਾਕਟਰ ਵੱਲੋਂ ਵੀ ਠੀਕ ਹੈ, ਤੂੰ ਸੀਰੀਅਸ ਨਹੀਂ ਹੈਗਾ, ਤੂੰ ਆਪਣੇ ਘਰ ਦੇ ਵਿੱਚ ਰਹਿ ਕੇ ਕੁਆਰੰਟਾਈਨ ਹੋ ਜਾ ਤੇ ਆਪਣੀ ਦਵਾਈ ਜਿਹੜੀ ਆ ਮੈਡੀਸਿਨ ਲਈ ਚੱਲ। ਉਹਨੂੰ ਕਿਹੜੀ ਚੀਜ਼ਾਂ ਜਿਹੜੀਆਂ ਆ ਕਰਨੀਆਂ ਚਾਹੀਦੀਆਂ, ਕਿੱਦਾਂ ਦਾ ਜਿਹੜਾ ਆ ਫੂਡ ਕਹਿ ਸਕਦੇ ਆ, ਉਹਨੂੰ ਕਿੱਦਾਂ ਦਾ ਫੂਡ ਖਾਣਾ ਚਾਹੀਦਾ ਤੇ ਕਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਜਿੱਥੋਂ ਤੱਕ ਟੈਸਟ ਦੀ ਗੱਲ ਹੈ, ਜੇ ਟੈਸਟ ਕਾਰਡ ਟੈਸਟ ਜਾਂ RT-PCR ਜੇ ਪੋਜ਼ਿਟਿਵ ਆ ਜਾਂਦਾ, ਇਹਦਾ ਮਤਲਬ ਤੁਹਾਨੂੰ ਤਕਲੀਫ ਹੈਗੀ ਆ, ਤੁਹਾਨੂੰ ਬਿਮਾਰੀ ਹੈਗੀ ਆ। ਜੇ ਨੈਗੇਟਿਵ ਆ ਜਾਂਦਾ ਕਾਰਡ ਟੈਸਟ ਜਾਂ RT-PCR, ਉਹਦਾ ਮਤਲਬ ਇਹ ਨਹੀਂ ਹੈਗਾ ਵੀ ਤੁਹਾਨੂੰ ਬਿਮਾਰੀ ਨਹੀਂ ਹੈਗੀ। ਕਿਉਂਕਿ ਜਿਹੜਾ ਕਾਰਡ ਟੈਸਟ ਆ ਉਹਦੀ ਸੈਂਸਿਟਿਵਿਟੀ, ਉਹ 100 ਨੂੰ ਟੈਸਟ ਕਰੋ, ਸਿਰਫ 50 'ਚ 100 ਮਰੀਜ਼ ਕੋਵਿਡ ਦਾ ਟੈਸਟ ਕਰ ਲਓ, 100 ਮਰੀਜ਼ਾਂ ਵਿੱਚੋਂ ਸਿਰਫ 50 'ਚ ਉਹਨੂੰ ਕਹਿਣਾ ਪੋਜ਼ਿਟਿਵ ਆ, 50 'ਚ ਉਹਨੂੰ ਨੈਗੇਟਿਵ ਕਹੀ ਜਾਣਾ, ਜਿਹੜਾ ਹੈਗਾ ਉਹਨੂੰ ਨੈਗੇਟਿਵ ਕਰਨਾ। ਹਾਂ, ਮਤਲਬ ਪੋਜ਼ਿਟਿਵ ਨੂੰ ਵੀ ਉਹ ਨਹੀਂ ਡਿਟੈਕਟ ਕਰਨਾ। ਇਸੇ ਤਰ੍ਹਾਂ ਜੋ RT-PCR ਆ, ਜੇ 100 ਮਰੀਜ਼ ਕੋਵਿਡ ਦਾ ਤੁਸੀਂ ਟੈਸਟ ਕਰੋਗੇ, 59% 'ਚ ਪੋਜ਼ਿਟਿਵ ਆਉਣਾ, ਬਾਕੀ 41% ਦੇ ਵਿੱਚ ਪੋਜ਼ਿਟਿਵ ਨਹੀਂ ਆਉਣਾ। ਸੋ ਜਿਹਨੂੰ ਤਾਂ ਪੋਜ਼ਿਟਿਵ ਆ ਗਿਆ, ਇਹ ਪੱਕਾ ਵੀ ਇਹਨੂੰ ਬਿਮਾਰੀ ਹੈਗੀ ਆ ਆਲਮੋਸਟ। ਜਿਹਨੂੰ ਨੈਗੇਟਿਵ ਆ ਗਿਆ, ਉਹ ਇਹ ਨਾ ਲੈ ਲੈ ਕਿ ਮੈਨੂੰ ਬਿਮਾਰੀ ਨਹੀਂ ਹੈਗੀ। ਜੇ ਉਹਨੂੰ ਲੱਛਣ ਹੈਗੇ ਆ, ਜਿਹਨੂੰ ਖਾਂਸੀ ਆ, ਉਹਨੂੰ ਗਲਾ ਖਰਾਬ ਆ, ਰਾਈਟ, ਉਹਨੂੰ ਸਾਹ ਦੀ ਤਕਲੀਫ ਲੱਗਦੀ ਆ, ਉਹਦਾ ਟੇਸਟ ਚਲਾ ਗਿਆ, ਉਹਦੀ ਸੁੰਘਣ ਸ਼ਕਤੀ ਇਫੈਕਟ ਹੈਗੀ ਆ, ਜਾਂ ਉਹਨੂੰ ਇੱਕਦਮ ਬਹੁਤ ਬੋਡੀ ਇੰਨੀ ਮਤਲਬ ਆਉਂਦੀ ਹੈ ਕਮਜ਼ੋਰੀ ਵੀ ਤਾਕਤ ਹੀ ਹੈ ਨਹੀਂ, ਨਿਚੋੜ ਹੀ ਲਿਆ ਬੰਦੇ ਨੂੰ। ਸੋ ਇਦਾਂ ਦੇ ਸਿੰਪਟਮ ਹੈਗੇ ਆ। ਸੋ ਉਹ ਨੈਗੇਟਿਵ ਟੈਸਟ ਨੂੰ ਇਹ ਨਾ ਸਮਝੇ ਮੈਨੂੰ ਬਿਮਾਰੀ ਤਾਂ ਹੈਗੀ ਆ। ਜਿਹੜੇ ਇਹ ਨਵੇਂ ਸਟ੍ਰੇਨ ਆਏ ਆ, ਇਹਦੇ ਵਿੱਚ ਮੁੱਖ ਲੱਛਣ ਜਿਹੜੇ ਹੁੰਦੇ ਕਿ ਆਪਾਂ ਜਿਹੜੇ ਮੇਨ ਕਹ ਲਈਏ ਕਿ ਵੀ ਆਹ ਚੀਜ਼ਾਂ ਹੁੰਦੀਆਂ, ਆਪਾਂ ਬੁਖਾਰ ਮੁੱਖ ਲੱਛਣ ਆਲਮੋਸਟ ਸੇਮ ਹੀ ਰਹਿੰਦੇ ਆ। ਉਹ ਸਿਰਫ ਟੌਕਸਿਟੀ ਮਤਲਬ ਕਿੰਨਾ ਸੀਰੀਅਸ ਆ, ਕਿੰਨਾ ਡੇਂਜਰਸ ਆ, ਉਹ ਚੇਂਜ ਹੁੰਦਾ। ਇਹ ਬਾਅਦ ਚ ਪਤਾ ਲੱਗਦਾ ਕਿਹੜੇ ਸਟ੍ਰੇਨ ਨੇ ਜਿਹੜਾ ਅਟੈਕ ਕੀਤਾ ਉਹਦੇ ਤੇ, ਕਿ ਕਿੰਨਾ ਜ਼ਿਆਦਾ ਸੀਰੀਅਸ ਸੀ। ਨਹੀਂ, ਸਟ੍ਰੇਨ ਜਿੱਦਾਂ ਹੁਣ ਐਟ ਏ ਟਾਈਮ ਇੱਕ ਟਾਈਮ ਤੇ ਜ਼ਿਆਦਾ, ਆਮ ਤੌਰ ਤੇ ਇੱਕੋ ਸਟ੍ਰੇਨ ਜ਼ਿਆਦਾ ਹੁੰਦਾ, ਬਾਕੀ ਛੋਟੇ ਹੋਣਗੇ। ਮੇਜਰ ਸਟ੍ਰੇਨ ਇਸ ਲਈ ਇੱਕ ਚੱਲ ਰਿਹਾ, ਹੋ ਸਕਦਾ ਅਗਲੀ ਵਾਰੀ ਇਹ ਬਿਲਕੁਲ ਹੀ ਸ਼ਕਲ ਚੇਂਜ ਕਰਕੇ ਅਲੱਗ ਸਟ੍ਰੇਨ ਆ ਜਾਏ, ਪਰ ਔਨ ਦਾ ਹੋਲ ਮੇਜਰ ਇੱਕੋ ਤਰ੍ਹਾਂ ਦੇ ਸਟ੍ਰੇਨ ਦਾ ਅਟੈਕ ਹੁੰਦਾ ਉਸ ਟਾਈਮ 'ਤੇ। ਪਹਿਲੀ ਵੇਵ 'ਚ ਹੋਰ ਸੀਗਾ, ਹੁਣ ਹੋਰ ਆ, ਅਗਲੀ ਵਾਰੀ ਸ਼ਾਇਦ ਹੋਰ ਆ ਜਾਏ। ਇੱਕ ਮੈਸੇਜ ਚੱਲ ਰਿਹਾ ਆ, ਕਈ ਲੋਕਾਂ ਦੇ ਵਿੱਚ ਵੀ ਚਰਚਾ ਚੱਲ ਰਹੀ ਆ ਕਿ ਕੁਝ ਇੱਦਾਂ ਦੇ ਚਾਂਸਸ ਵੀ ਹੈਗੇ ਆ ਕਿ ਇੰਡੀਆ ਦੇ ਉੱਤੇ ਬਾਇਓਲੋਜੀਕਲ ਅਟੈਕ ਹੋਇਆ ਹੋਵੇ, ਕਿਉਂਕਿ ਪਾਕਿਸਤਾਨ, ਬੰਗਲਾਦੇਸ਼ ਜਾਂ ਆਪਾਂ ਹੋਰ ਏਸ਼ੀਅਨ ਕੰਟਰੀਜ਼ ਦੀ ਗੱਲ ਕਰ ਲਈਏ ਜਿੱਥੇ ਸੇਮ ਪੋਜੀਸ਼ਨ ਆਪਣੇ ਨਾਲ ਦੀ ਇੱਦਾਂ ਦੀਆਂ ਮੈਡੀਕਲ ਸਹਾਇਤਾ ਨੇ ਜਾਂ ਆਪਣੇ ਨਾਲੋਂ ਵੀ ਮਾੜੀਆਂ ਨੇ, ਤੇ ਉਸ ਦੇ ਬਾਵਜੂਦ ਵੀ ਉੱਥੇ ਸੈਕੰਡ ਵੇਵ ਨਹੀਂ ਆਈ, ਇਕੱਲੇ ਇੰਡੀਆ ਦੇ ਵਿੱਚ ਆਈ। ਕੀ ਕੁਛ ਇੱਦਾਂ ਦੇ ਚਾਂਸਸ ਐਜ਼ ਏ ਡਾਕਟਰ ਤੁਸੀਂ ਸੋਚ ਸਕਦੇ ਹੋ ਵੀ ਹੋ ਸਕਦੇ ਆ? ਮਤਲਬ ਇਹ ਦਿਸ ਇਜ਼ ਏ ਪੋਲੀਟੀਕਲ ਕੁਐਸਚਨ। ਮਤਲਬ ਇਹ ਬੜਾ ਡਿਫਿਕਲਟ। ਆਈ ਐਮ ਨਾਟ ਏ ਪੋਲੀਟੀਸ਼ੀਅਨ, ਸੋ ਮੈਂ ਇਹਦਾ ਇਸ ਤਰ੍ਹਾਂ ਦਾ ਜਵਾਬ ਨਹੀਂ ਦੇ ਸਕਦਾ। ਇੰਟੈਲੀਜੈਂਸ ਏਜੰਸੀਆਂ ਸਾਡੇ ਹੈਗੀਆਂ, ਉਹ ਹੋ ਸਕਦਾ ਐਨਾਲਾਈਜ਼ ਕਰਨ, ਪਰ ਆਪਾਂ ਜੇ ਇਹਨੂੰ ਇੱਦਾਂ ਐਨਾਲਾਈਜ਼ ਕਰੀਏ ਵੀ ਸ਼ਾਇਦ ਪਾਕਿਸਤਾਨ ਵਾਲੇ, ਬੰਗਲਾਦੇਸ਼, ਦੂਜੇ ਉਹ ਲੋਕ ਸਾਡੇ ਨਾਲੋਂ ਜ਼ਿਆਦਾ ਕੇਅਰਫੁਲ ਹੋ ਗਏ, ਉਹ ਇਸ ਲਈ ਨਹੀਂ ਹੋਏ ਤਾਂ ਬਚੇ ਆ, ਰਾਦਰ ਦੈਨ ਕਿ ਅਸੀਂ ਇਹਨੂੰ ਐਕਸਪਲੇਨ ਕਰੀਏ। ਵੱਡੇ ਇਲੈਕਸ਼ਨ ਨਹੀਂ ਆਏ ਉੱਥੇ, ਹਾਂ, ਵੱਡੇ ਇਲੈਕਸ਼ਨ ਨਹੀਂ ਆਏ, ਮੇਲੇ ਨਹੀਂ ਲੱਗੇ, ਆਪਾਂ ਵਿਆਹ ਸ਼ਾਦੀਆਂ ਨਹੀਂ ਮਨਾਈਆਂ, ਅਸੀਂ ਕਿੱਟੀਆਂ ਨਹੀਂ ਕੀਤੀਆਂ, ਉਹਨਾਂ ਨੇ ਨਹੀਂ ਕੀਤੀਆਂ। ਉਹ ਕੇਅਰਫੁਲ। ਹੁਣ ਤੁਸੀਂ ਦੇਖੋ ਇਟਲੀ 'ਚ ਕੀ ਹਾਲ ਸੀ, ਯੂਰਪ 'ਚ ਕੀ ਹਾਲ ਸੀ ਉਸ ਟਾਈਮ 'ਤੇ ਫਸਟ ਵੇਵ 'ਚ, ਤਾਂ ਹੁਣ ਉਹਨੇ ਲੋਕਾਂ ਨੇ ਪ੍ਰੀਕਾਸ਼ਨ ਲਈਆਂ, ਉਹਨਾਂ ਨੂੰ ਕੁਛ ਨਹੀਂ ਹੋਇਆ। ਸੈਕੰਡ ਵੇਵ ਤਾਂ ਉੱਥੇ ਵੀ ਆਈ ਹੈ, ਉਹਦੀ ਤਿਆਰੀ ਕਰ ਲਈ, ਪ੍ਰੀਕਾਸ਼ਨ ਲਈਆਂ। ਅਸੀਂ ਉਲਟਾ ਕਰ ਲਿਆ, ਪਹਿਲੀ ਵਾਰੀ ਸਾਂਭ ਲਿਆ, ਫਿਰ ਵਿਸਲੇ ਹੋ ਗਏ, ਠੀਕ ਹੈ ਨਾ। ਸੋ ਆਪਾਂ ਉੱਧਰ ਨੂੰ ਉਹ ਇੱਦਾਂ ਦੀ ਰੰਗਤ ਨਾ ਦਈਏ, ਕਿ ਬਿਨਾਂ ਪ੍ਰੂਫ ਤੋਂ, ਇੰਟੈਲੀਜੈਂਸੀ ਤੋਂ ਆਪਾਂ ਇਹ ਗੱਲ ਨਹੀਂ ਕਹਿ ਸਕਦੇ। ਤੇ ਅਗਰ ਗਾਂਧੀ ਹਸਪੀਟਲ ਦੀ ਆਪਾਂ ਗੱਲ ਕਰਦੇ ਹਾਂ, ਤੇ ਕੀ ਇੱਥੇ ਕੋਵਿਡ ਸੈਂਟਰ ਪ੍ਰੋਪਰ ਬਣ ਚੁੱਕਾ ਹੈ? ਹਾਂਜੀ। ਤੇ ਕੀ ਇੱਥੇ ਜਿਹੜੀਆਂ ਨੇ ਫੈਸਿਲਿਟੀਜ਼ ਨੇ? ਗਾਂਧੀ ਹਸਪਤਾਲ 'ਚ ਸਾਨੂੰ ਅਸੀਂ ਲੋਕਾਂ ਦੀ ਤਕਲੀਫਾਂ ਦੇਖਦੇ ਹੋਏ, ਕੁਝ ਜਿਹੜਾ ਮਰੀਜ਼ ਸਾਡੇ ਕੋਲ ਆਉਂਦੇ ਸੀ, ਇੰਨੇ ਸਾਲਾਂ ਦੀਆਂ ਫੈਮਲੀਆਂ ਨਾਲ ਲੱਗੀਆਂ, ਬੱਚਿਆਂ ਤੋਂ ਲੈ ਕੇ ਓਲਡ ਏਜ ਤੱਕ, ਹੈ ਨਾ। ਜੇ ਲਾਉਂਦੇ ਹਰ ਇੱਕ ਨੂੰ ਤੁਸੀਂ ਜਾਓ, ਅਗਲੇ ਕਹਿੰਦੇ ਅਸੀਂ ਤਾਂ ਜਾਣਾ ਨਹੀਂ।
ਇੱਥੇ ਹੀ ਮਰ ਜਾਾਂਗੇ ਜਾਂ ਅਸੀਂ ਘਰ ਚੱਲ ਜਾਵਾਂਗੇ। ਸੋ ਉਹਨੂੰ ਦੇਖਦੇ ਹੋਏ, ਲੋਕਾਂ ਦੀ ਤਕਲੀਫ ਦੇਖਦੇ ਹੋਏ ਕਿ ਸਾਡੇ ਕੋਲ ਇਨਫਰਾਸਟਰਕਚਰ ਹੈਗੀ ਆ, ਸਾਡੇ ਕੋਲ ICU ਪਹਿਲਾਂ ਹੀ ਸੀਗਾ, ਆਕਸੀਜਨ ਸਪਲਾਈ ਸੈਂਟਰ ਸੜਕ ਸੀਗੀ, ਉਹ ਦੇਖਦੇ ਹੋਏ ਅਸੀਂ ਸ਼ੁਰੂ ਕੀਤਾ। ਜਿਹੜੀ ਦਵਾਈ ਆ ਰੈਮਡੈਸਿਵਿਰ ਉਹ ਸਾਨੂੰ ਸਰਕਾਰ ਵੱਲੋਂ ਮਿਲ ਰਹੀ ਹੈ, ਰੈਗੂਲਰ ਸਾਨੂੰ ਮਿਲ ਰਹੀ ਹੈ। ਆਕਸੀਜਨ ਮਿਲਦੀ ਪਈ ਹੈ, ਆਕਸੀਜਨ ਮਿਲਦੀ ਆ, ਸਾਨੂੰ ਬਹੁਤ ਸਪੋਰਟ ਹੈਗੀ ਆ DC ਸਾਹਿਬ ਦੀ, ਸਾਨੂੰ ਬਹੁਤ ਸਪੋਰਟ ਸਿਵਲ ਸਰਜਨ ਦੀ ਹੈਗੀ ਕਿ ਟਾਈਮ ਸਿਰ ਸਾਨੂੰ ਜਿੰਨੀ ਆਕਸੀਜਨ ਦੀ ਲੋੜ ਆ ਦੇ ਰਿਹਾ ਹੈ। ਅੰਤ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਇੱਕ ਸਿੱਧਾ ਸਾਦਾ ਮੈਸੇਜ, ਇਸ ਦੌਰ ਦੇ ਵਿੱਚ ਜੋ ਭਿਆਨਕ ਦੌਰ ਚੱਲਦਾ ਪਿਆ, ਸਿੱਧਾ ਸਾਦਾ ਮੈਸੇਜ ਕਿ ਬਈ ਉਹ ਕੀ ਕਰਨ ਤੇ ਕਿੱਦਾਂ ਸਹੀ ਰਹਿ ਸਕਦੇ ਆ, ਕਿੱਦਾਂ ਪੋਜ਼ਿਟਿਵ ਸੋਚਣ ਹਰ ਇੱਕ ਚੀਜ਼ ਨੂੰ ਲੈ ਕੇ। ਦੇਖੋ ਜੋ ਪੁਰਾਣੇ ਡਿਕਟਮਸ ਹੈਗੇ ਆ, ਜੋ ਸਿਆਣਿਆਂ ਨੇ ਬਣਾਏ ਆ ਐਕਸਪੀਰੀਅੰਸ ਨਾਲ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਸੋ ਉਹੀ ਫੰਡਾ ਹੈ, ਉਹੀ ਕਾਮਯਾਬੀ ਆ। ਸੋ ਪ੍ਰੀਵੈਂਸ਼ਨ ਵੀ ਕਿੱਟੀਆਂ ਪਾਰਟੀਆਂ ਨਾ ਕਰੋ, ਚੋਰੀ ਛੁਪੇ ਰਲ ਕੇ ਪਾਰਟੀਆਂ ਨਾ ਕਰੋ, ਆਪਣੇ ਘਰਾਂ 'ਚ ਬੈਠੋ, ਆਪਣੀ ਫੈਮਿਲੀ ਨਾਲ ਬੈਠੋ, ਆਪਣੀ ਫੈਮਿਲੀ ਨੂੰ ਇੰਜੋਏ ਕਰੋ। ਅਤੇ ਤੁਸੀਂ ਜਦੋਂ ਵੀ ਆਪਣੇ ਫੇਸ 'ਤੇ ਹੱਥ ਲਾਉਣਾ, ਇਹ ਸਹੁੰ ਖਾਓ ਮੈਂ ਪਹਿਲਾਂ ਆਪਣਾ ਹੱਥ ਵਾਸ਼ ਕਰਕੇ ਹੀ ਫੇਸ ਨੂੰ ਟੱਚ ਕਰੂੰਗਾ, ਨਹੀਂ ਤਾਂ ਮੈਂ ਨਹੀਂ ਕਰੂੰਗਾ। ਲਓ 80% ਬਿਮਾਰੀ ਤਾਂ ਵੈਸੇ ਗਈ। ਐਂਡ ਉਹਦੇ ਵਾਸਤੇ ਪਰਸਾਂ ਵਿੱਚ, ਜੇਬਾਂ 'ਚ ਉਹ ਸੈਨੀਟਾਈਜ਼ਰ ਲਾਈ ਜਾਓ, ਇਹ ਲੈ ਜਾਓ, ਠੀਕ ਹੈ। ਬੈਸਟ ਮੈਥਡ ਇਜ਼ soap and water. So soap and water is the best method, cheap method, and ਇਹਦਾ ਨੁਕਸਾਨ ਕੋਈ ਨਹੀਂ। ਇਹ ਸੈਨੀਟਾਈਜ਼ਰ ਇਹਨਾਂ ਜਿਹੜੇ ਅਸੀਂ ਯੂਜ਼ ਕਰਦੇ ਇਹਨਾਂ ਦੇ ਸਾਈਡ ਇਫੈਕਟ ਹੋਣੇ ਆ, ਰਾਈਟ। ਸੋ ਜਿਹੜਾ 3 ਮਿੰਟ ਹੱਥ 3 ਤੋਂ 5 ਮਿੰਟ ਧੋਣੇ ਆ, ਸਾਬਣ ਲਾ ਕੇ, ਪਾਣੀ ਹੱਥ ਕਰਕੇ ਸਾਬਣ ਲਾ ਕੇ ਪਹਿਲਾਂ ਅੱਗਿਓਂ ਕਰੋ, ਉਂਗਲਾਂ ਦੇ ਵਿੱਚੋਂ ਸਾਫ਼ ਕਰੋ, ਫਿਰ ਪਿੱਛੋਂ, ਰਾਈਟ, ਫਿਰ ਆਪਣੇ ਅੰਗੂਠੇ ਨੂੰ, ਠੀਕ ਹੈ, ਫਿਰ ਆਪਣੀਆਂ ਫਿੰਗਰ ਟਿਪਸ ਨੂੰ, ਠੀਕ ਹੈ, ਫਿਰ ਸਾਰਾ ਹੈਂਡ ਕਰਕੇ ਐਂਡ ਦੇ ਇੱਥੋਂ ਵਾਸ਼ ਕਰਨਾ। ਤੇ ਸਾਰੇ ਸਟੈਪ ਫੋਲੋ ਕਰੋ, ਕੁਦਰਤੀ ਨੈਚੁਰਲ ਹੀ ਆ। ਫਿਰ ਹੱਥ ਪਹਿਲਾਂ ਹਮੇਸ਼ਾ ਇੱਦਾਂ ਹੀ ਤੋਂ ਸਾਫ਼ ਕਰਦੇ ਹਾਂ, ਉਂਗਲਾਂ ਦੇ ਵਿੱਚੋਂ ਵੀ ਕਰ ਲਿਆ ਕਰੋ, ਹੈ ਨਾ, ਪਿੱਛੋਂ ਵੀ ਕਰ ਲਓ, ਠੀਕ ਹੈ। ਅੰਗੂਠਾ ਰਹਿ ਗਿਆ, ਅੰਗੂਠਾ ਵੀ ਕਰ ਲਓ, ਠੀਕ ਹੈ। ਫਿਰ ਟਿਪਸ ਰਹਿ ਗਈਆਂ ਨੋਹਾਂ 'ਚ, ਸੋ ਝੱਗ ਦੇ ਵਿੱਚ ਇਹ ਘੁਮਾ ਲਓ। ਇੱਕ ਵਾਰੀ ਹੋ ਗਿਆ ਤਾਂ ਫਿਰ ਐਂਡ ਦੇ ਉੱਤੇ ਕਰਕੇ ਅਤੇ ਪਾਣੀ ਨਾਲ ਧੋ ਲਓ। ਇਹ ਤੋਂ ਵਧੀਆ ਮੈਥਡ ਕੋਈ ਨਹੀਂ। ਸੋ ਹੱਥ ਧੋਣ ਤੋਂ ਬਿਨਾਂ ਆਪਣੇ ਮੂੰਹ ਨੂੰ, ਕਿਉਂਕਿ ਵਾਇਰਸ ਨੇ ਸਿਰਫ ਇੱਕੋ ਤਰੀਕਾ ਅੰਦਰ ਜਾਣ ਦਾ, ਜਾਂ ਮੂੰਹ 'ਚੋਂ ਜਾਊਗਾ ਜਾਂ ਨੱਕ 'ਚੋਂ ਜਾਊਗਾ। ਸੋ ਮੂੰਹ ਦੇ ਇੰਨੇ ਹਿੱਸੇ ਨੂੰ ਬਿਲਕੁਲ ਟੱਚ ਨਹੀਂ ਕਰਨਾ, ਹੈਂਡ ਵਾਸ਼ ਕੀਤੇ ਤੋਂ ਬਿਨਾਂ। ਮਾਸਕ ਨੂੰ ਘੜੀ ਮੁੜੀ ਟੱਚ ਨਹੀਂ ਕਰਨਾ। ਐਂਡ ਜਿੰਨਾ ਜਾਣਾ, ਪਹਿਲਾਂ ਘਰ ਜਾਂਦੇ ਆ ਜਾਂ ਕਿਤੇ ਵੀ ਟਾਈਮ ਮਿਲਦਾ, ਹੈਂਡ ਵਾਸ਼ ਕਰਕੇ ਆਪਣਾ ਮੂੰਹ ਧੋਵੋ, ਖਾਣਾ ਖਾਣ ਤੋਂ ਪਹਿਲਾਂ, ਚਾਹ ਪੀਣ ਤੋਂ, ਜਿੰਨੇ ਵੀ ਕਰ। ਉਸ ਤੋਂ ਬਿਨਾਂ ਤੁਸੀਂ ਖਾਣਾ ਨਹੀਂ ਖਾਣਾ, ਉਸ ਤੋਂ ਬਿਨਾਂ ਤੁਸੀਂ ਕਿਸੇ ਨੂੰ ਨਹੀਂ ਮਿਲਣਾ ਘਰ ਜਾ ਕੇ। ਸੋ ਇਹ 2 ਚੀਜ਼ਾਂ ਕਰ ਲਓ, 80% ਬਿਮਾਰੀ ਤਾਂ ਵੈਸੇ ਕੰਟਰੋਲ ਆ, ਠੀਕ ਹੈ। ਅਤੇ ਬਾਕੀ ਜਿਹੜੇ ਸੋਸ਼ਲ ਡਿਸਟੈਂਸ, ਨੇੜੇ ਹੋ ਕੇ ਨਾ, ਜੱਫੀਆਂ ਪਾ ਕੇ ਨਾ ਮਿਲੋ, ਹੈ ਨਾ, ਥੋੜ੍ਹੇ ਡਿਸਟੈਂਸ 'ਤੇ ਬੈਠੋ। ਸੋ ਸੋਸ਼ਲ ਡਿਸਟੈਂਸਿੰਗ ਇਜ਼ ਵੈਰੀ ਇੰਪੋਰਟੈਂਟ। ਇਹਦੇ ਨਾਲ ਬਹੁਤ ਹੀ ਬਿਮਾਰੀ ਕੰਟਰੋਲ 'ਚ ਹੋ ਸਕਦੀ ਹੈ। ਇਸ ਸਨ ਡਾਕਟਰ SPS ਸੂਚ, ਜੋ ਕਿ ਗਾਂਧੀ ਹਸਪਤਾਲ ਵਿਖੇ ਸੇਵਾ ਦਿੰਦੇ ਨੇ ਅਤੇ ਮੰਨੇ ਪ੍ਰਮੰਨੇ ਜਿਹੜੇ ਨੇ ਡਾਕਟਰ ਨੇ, ਅਤੇ ਬਹੁਤ ਸਾਰੇ ਮਰੀਜ਼ਾਂ ਨੂੰ ਠੀਕ ਕਰ ਚੁੱਕੇ ਨੇ। ਅਤੇ ਹੁਣ ਆਪਣੇ 'ਤੇ ਡਿਪੈਂਡ ਆ, ਦਰਸ਼ਕਾਂ 'ਤੇ ਡਿਪੈਂਡ ਆ ਕਿ ਜੋ ਕੁਛ ਇਹਨਾਂ ਨੇ ਸਾਨੂੰ ਦੱਸਿਆ ਆ, ਜਿਹੜੇ ਲੱਛਣ ਦੱਸੇ ਨੇ, ਜਿਹੜੇ ਤਰੀਕੇ ਦੱਸੇ ਨੇ ਕਰੋਨਾ ਤੋਂ ਬਚਣ ਲਈ, ਅਸੀਂ ਉਹਨੂੰ ਕਿੰਨਾ ਕੁ ਅਪਣਾਉਂਦੇ ਹਾਂ ਅਤੇ ਕਿੰਨਾ ਕੁ ਆਪਣੀ ਲਾਈਫ ਦੇ ਵਿੱਚ ਸਕਸੈਸ ਹੁੰਦੇ ਹਾਂ, ਅਤੇ ਆਪਣੇ ਘਰਦਿਆਂ ਦਾ, ਆਪਣੇ ਸੱਜਣਾਂ ਦਾ ਅਤੇ ਆਪਣਾ ਕਿੰਨਾ ਕੁ ਅਸੀਂ ਖਿਆਲ ਰੱਖਦੇ ਹਾਂ।